ਸਿਰਫ ਖਾਮੀਆਂ 2-3 ਹੈ ਨੇ ਕਿਹੜੀਆਂ ਸਾਨੂੰ ਨਜ਼ਰ ਆਈਆਂ ਨੇ। ਹੁਣ ਇਹ ਉਤਾ ਚੁੱਕ ਦਿੱਤਾ ਤੇ ਲਾਗ ਲਾਏ ਤੇ ਸਾਰੀ ਉਮਰ ਲੈਂਕਾ ਥੱਲੇ ਨਹੀਂ ਸੱਟੇਗਾ। ਇਹਦੀ ਐਵਰੇਜ ਦੇਖੀਏ 12 ਏਕੜ ਰੂਟਰ ਮਾਰਦਾ ਹੈ ਟੈਂਕੀ ਨਾਲ 78 ਵਾਲਾ ਰੂਟਰ ਕਿਹੜਾ 85 ਗੇਟ ਦਾ ਹੀ ਨਹੀਂ। ਇਹਨਾਂ ਇਹ ਫਿਲਟਰ ਲਾਇਆ ਇਹ ਤੁਹਾਡੀ ਨਜ਼ਰ ਵਿੱਚ ਕੀ ਹੈ? ਇਹਨਾਂ ਚੰਗਾ ਕੀਤਾ ਮਾੜਾ ਕੀਤਾ ਕੀ ਕਹਿੰਦੇ? ਬਹੁਤ ਹੀ ਅੱਛਾ ਕੀਤਾ। ਕਿੰਨਾ ਵੀ ਆਪਣਾ ਕਚਰਾ ਪਿੱਛੋਂ ਹੋਏਗਾ ਸਾਰਾ ਇਹਦੇ ਚ ਆ ਕੇ ਜਮਾ ਹੋ ਜਾਏਗਾ। ਸਾਡਾ ਤਾਂ ਭਾਈ ਰੂਟਰ ਨਾ 2 ਸਾਲ ਪਹਿਲੇ ਬਣਵਾਇਆ ਸੀ ਤੇ ਵਿਹਲਾ ਹੀ ਪਿਆ ਰਿਹਾ ਇਸ ਤੋਂ ਪਹਿਲੇ। ਹੁਣ ਉਹਨੂੰ ਵੱਢ ਕੇ ਛੋਟਾ ਕਰਨ ਦਾ ਸੋਚਦੇ ਪੈਸਾ ਤੇ ਅੱਗੋਂ ਇਹ ਆ ਗਿਆ। ਹਾਈਡ੍ਰੋਲਿਕ ਦਾ ਸਭ ਤੋਂ ਜ਼ਿਆਦਾ ਪਸੰਦ ਸਾਨੂੰ ਇਸ ਪਰ ਆਇਆ ਕਿ ਆਪਾਂ ਜਦੋਂ ਵੀ ਨੁੱਕਰ ਲੈਂਦੇ ਆ ਜੋ ਕੋਈ ਵੀ ਟਰੈਕਟਰ ਹੈ ਉਹਨੂੰ ਪੋਲਾ ਕਰਕੇ ਹੀ ਟੋਰਨਾ ਪੈਂਦਾ। ਬਾਹਰ ਟਰੈਕਟਰ ਜਿਹੜਾ ਵੈਸੇ ਟੁਰ ਪੈਂਦਾ ਇਹਨੂੰ ਪਰਵਾਹ ਕੋਈ ਨਹੀਂ। ਹਾਂਜੀ ਕਿੰਨੀ ਦੇਰ ਬਾਅਦ ਬਦਲਣਾ? ਕੰਪਨੀ 500 ਘੰਟੇ ਬਾਅਦ ਕਹਿ ਰਹੀ ਹੈ ਔਰ ਇਨਸ਼ਾਅੱਲਾ ਅਸੀਂ 400 ਤੇ ਇਹਨੂੰ ਚੇਂਜ ਕਰਾਂਗੇ। ਠੀਕ। ਬਾਕੀ ਕੰਪਨੀਆਂ ਤੋਂ ਵੀ ਤਵੱਕੋ ਰੱਖਣੀ ਚਾਹੀਦੀ ਹੈ, ਤਵੱਕੋ ਨਹੀਂ ਛੱਡਣੀ ਚਾਹੀਦੀ। ਬਾਕੀ ਕੰਪਨੀਆਂ ਨੂੰ ਵੀ ਅਸੀਂ ਪੈਗਾਮ ਦਿੰਨੇ ਆ ਕਿ ਨਹੀਂ ਜਿੱਦਤ ਲੈ ਕੇ ਆਉਣ, ਵਧੋ, ਕੁਝ ਵਧਣ, ਕੁਝ ਚੇਂਜਿੰਗ ਕਰਨ, ਕੋਈ ਸਾਈਡ ਸ਼ਿਫਟਰ ਗੇਅਰ ਹੋਣ, ਕੋਈ ਸਪੀਡਾਂ 3 ਮਿਲਣ ਆਪਾਂ ਨੂੰ। ਚਲੋ अस्सलाम वालेकुम दोस्तों, मैं ਤੁਹਾਡਾ भाई मुहम्मद आसफ खिची ਤੇ ਸਾਡੇ ਨਾਲ ਬੜੇ ਹੀ ਪਿਆਰੇ ਦੋਸਤ ਸਾਡੇ ਫੋਲੋਵਰ ਵੀ ਨੇ ਤੇ ਕਾਫੀ ਦਿਨ ਤੋਂ ਜਿਹੜਾ ਹੈ ਨਾ ਮੈਨੂੰ ਕਾਲ ਵੀ ਕਰ ਰਿਹਾ ਸੀ, WhatsApp ਤੇ ਵੀ ਰਾਬਤਾ ਕਰ ਰਿਹਾ ਸੀ। ਸਾਡੇ ਬੜੇ ਚਾਹਣ ਵਾਲੇ ਨੇ ਭਾਈ ਆਮਰ ਤੇ ਅਸੀਂ ਇਸ ਟਾਈਮ ਮੌਜੂਦ ਹਾਂ ਪਾਕ ਪਤਨ ਨਿਊ ਲੈਂਡ ਟਰੈਕਟਰ ਸ਼ੋਰੂਮ ਤੇ ਭਾਈ ਰਾਂ ਦੇ ਕੋਲ ਵੀ ਜਨਾਬ 850 ਹੈਗਾ। 850 ਨਿਊ ਲੈਂਡ ਦੇ ਯੂਜ਼ਰ ਨੇ ਤੇ ਭਾਈ ਰਾਂ ਦੇ ਤੋਂ ਅੱਜ ਜਾਣਨੇ ਆ ਕਿ ਇਹਨਾਂ ਨੇ ਇਹ ਟਰੈਕਟਰ ਖਰੀਦਾ ਹੈ ਤੇ ਇਹਨਾਂ ਨੂੰ ਇਹ ਟਰੈਕਟਰ कैसा ਲੱਗਾ, ਚਲਾ ਰਹੇ ਨੇ। ਭਾਈ ਅਮਰਾਂ ਕੋਲ ਜਾਣਨੇ ਆ ਕਿ 850 ਚਲਾ ਰਹੇ ਨੇ, ਉਹਨਾਂ ਨੂੰ ਇਹ 850 कैसा ਲੱਗਾ ਹੈ, ਇਸ ਤੋਂ ਪਹਿਲੇ ਕਿਹੜਾ ਟਰੈਕਟਰ ਚਲਾ ਰਹੇ ਨੇ, ਕਿੰਨੀ ਵਾਹੀ ਕਰ ਰਹੇ ਨੇ ਤੇ ਹੁਣ ਜਿਹੜਾ ਲਿਫਟੋਮੈਟਿਕ ਇਟਲੀ ਵਾਲਾ ਟਾਪਾ ਆਇਆ ਉਹ ਜਨਾਬ ਇਹਨਾਂ ਨੂੰ कैसा ਲੱਗਾ ਹੈ। अस्सलाम वालेकुम जी। ਵਾਲੇਕੁਮ ਸਲਾਮ। ਅਮਰ ਭਾਈ ਕੀ ਹਾਲ ਚਾਲ ਹੈ? ਸ਼ੁਕਰ ਹੈ ਅੱਲਾਹ ਦਾ। ਸ਼ੁਕਰ ਹੈ। ਤੇ ਤੁਹਾਡੀ ਜਨਾਬ ਪਹਿਲੇ ਤਾਂ ਮੁਹੱਬਤ ਦਾ ਜਨਾਬ ਸ਼ੁਕਰੀਆ, ਤੁਸੀਂ ਸਾਨੂੰ ਇੱਥੇ ਇਨਵਾਈਟ ਵੀ ਕੀਤਾ ਔਰ ਤੁਸੀਂ ਸਾਨੂੰ ਇੱਥੇ ਬੜੀ ਮੁਹੱਬਤ ਨਾਲ ਮਿਲੇ ਵੀ। ਤੇ ਹੁਣ ਸਾਨੂੰ ਤੁਸੀਂ ਇਹ ਦੱਸੋ ਕਿ 850 ਤੁਸੀਂ ਕਿਵੇਂ ਖਰੀਦਾ, ਕਿਵੇਂ ਤੁਹਾਨੂੰ ਪਤਾ ਲੱਗਾ ਵੀ 850 ਵੀ ਮਾਰਕੀਟ ਵਿੱਚ ਆ ਗਿਆ, ਇਹ ਖਰੀਦਣਾ ਚਾਹੀਦਾ ਹੈ? ਇਸ ਤੋਂ ਪਹਿਲੇ ਕਿਹੜੇ ਟਰੈਕਟਰ ਚਲਾ ਰਹੇ ਹੋ? अस्सलाम वालेकुम सर। ਸਭ ਤੋਂ ਪਹਿਲੇ ਸਾਰੇ ਦੋਸਤਾਂ ਨੂੰ अस्सलाम वालेकुम ਮੇਰੀ ਤਰਫੋਂ। ਸਰ ਇਹ ਲਿਫਟੋਮੈਟਿਕ ਦਾ ਮੇਰਾ ਇੱਕ ਦੋਸਤ ਹੈ ਹਾਜੀ ਜਵੇਦ ਇਸਲਾਮ, ਠੀਕ। ਉਹਨੇ ਮੈਨੂੰ ਮਸ਼ਵਰਾ ਦਿੱਤਾ ਕਿ ਤੁਸੀਂ 85 ਤੋਂ ਬੜੀ ਦੇਰ ਦੇ ਯੂਜ਼ ਕਰ ਰਹੇ ਹੋ, ਇੱਕ ਤੁਸੀਂ ਇਹ ਲਿਆ ਕੇ ਵੇਖੋ। ਸਹੀ ਹੋ ਗਿਆ। ਅਸੀਂ ਉਹਨਾਂ ਦੇ ਕਹਿਣ ਤੇ ਲੈ ਆਂਦਾ। ਨਹੀਂ ਉਹ ਕੀ ਪਹਿਲੇ ਇਸਤੇਮਾਲ ਕਰ ਰਹੇ? ਉਹਨਾਂ ਕੋਲੇ 1996 ਚ ਆਏ ਸੀ 55 ਜਾਪਾਨ ਸੰਭਲ, ਉਹਨਾਂ ਕੋਲ ਉਹ ਚੱਲ ਰਿਹਾ ਔਰ ਅਜੇ ਤੱਕ ਉਹ ਆਪਣੀ ਹਾਲਤ ਦੇ ਵਿੱਚ ਹੀ ਹੈ। ਕੀ ਬਾਤ। ਇੰਨਾ ਜ਼ਬਰਦਸਤ ਉਹਨਾਂ ਕੋਲ ਚੱਲਿਆ ਹੈ ਉਹਦੇ ਵਿੱਚ ਲਿਫਟੋਮੈਟਿਕ ਜੀ ਬਿਲਕੁਲ। ਉਹਨਾਂ ਦੇ ਦੂਸਰਾ ਕੀ ਨਾ ਮਸ਼ਵਰੇ ਨਾਲ ਹੀ ਅਸੀਂ ਲਿਆ ਹੈ। ਮਾਸ਼ਾਅੱਲਾ ਇੰਨਾ ਪਿਆਰਾ ਟਰੈਕਟਰ ਹੈ, ਸਾਨੂੰ ਬਿਲਕੁਲ 85 ਬੋਲ ਗਿਆ ਹੈ। ਸਹੀ ਬਿਲकुल। ਹਾਲਾਂਕਿ ਕਿਹੜੇ ਟਰੈਕਟਰ ਨੇ ਆਪਣੇ ਕੋਲੇ? ਇੱਕ 75 ਹੈ, ਇੱਕ 85 ਹੈ, ਇੱਕ 585 ਬੋਲ ਪਾਵਰ ਹੈ। ਠੀਕ ਹੋ ਗਿਆ। ਹਾਂਜੀ ਔਰ ਚੌਥਾ ਮਾਸ਼ਾਅੱਲਾ ਇਹ 850 ਹੈ। ਔਰ ਅੱਛਾ ਇਹਨਾਂ ਸਾਰੇ ਟਰੈਕਟਰਾਂ ਵਿੱਚੋਂ ਇਸ ਟਾਈਮ ਸਭ ਤੋਂ ਅੱਛਾ ਟਰੈਕਟਰ ਪਰਫਾਰਮੈਂਸ ਕਿਹੜਾ ਦੇ ਰਹੀ ਹੈ? ਇਸ ਟਾਈਮ ਸਭ ਤੋਂ ਅੱਛਾ ਡੀਜ਼ਲ ਵਾਈਜ਼ ਔਰ ਜ਼ੋਰ ਦੇ ਹਿਸਾਬ ਤੇ 850 ਜ਼ਬਰਦਸਤ ਚੱਲ ਰਿਹਾ ਹੈ। ਠੀਕ ਹੋ ਗਿਆ। ਔਰ ਇਨਸ਼ਾਅੱਲਾ ਕਿਹੜਾ ਸਾਡਾ ਅਗਲਾ ਨਜ਼ਰੀਆ ਹੈ, ਅਸੀਂ ਇਹੀ ਇੱਕ ਹੋਰ ਲੈਣਾ ਹੈ, ਉਹ ਕਿਹੜਾ ਨਵੇਂ ਟੱਪ ਹੈ। ਅੱਛਾ ਨਾ ਕਾਫੀ ਦੋਸਤ ਸਾਡੇ ਕੋਲ ਕਿਉਂਕਿ ਹੈਗਾ ਟਰੈਕਟਰ ਜਿਹੜਾ ਪਹਿਲੇ ਲਿਫਟੋਮੈਟਿਕ ਆਇਆ ਹੈ ਜੀ ਜੀ ਹੀਮਾ ਕੰਪਨੀ ਦਾ ਹਾਈਡ੍ਰੋਲਿਕ। ਹੀਮਾ ਕੰਪਨੀ ਦਾ ਜੀ। ਹੁਣ ਲੋਕ ਅਕਸਰ ਮੈਂ ਸੁਣ ਰਹੀ ਹਾਂ ਲੋਕ ਕਹਿ ਰਹੇ ਨੇ ਕਿ ਉਹ ਜਨਾਬ ਫਲਾਪ ਹੋ ਗਿਆ, ਕੰਪਨੀ ਨੇ ਤਾਂ ਉਹ ਲਾ ਦਿੱਤਾ ਹੈ, ਉਹ ਬੰਦੇ ਤੰਗ ਬੜੇ ਹੋਏ ਨੇ। ਨਹੀਂ ਇਹੋ ਜੀ ਟਰੈਕਟਰ ਤੁਹਾਨੂੰ ਵੀ ਤੰਗ ਕੀਤਾ ਹੈ? ਇਹੋ ਜੀ ਕੋਈ ਵਜ੍ਹਾ ਨਹੀਂ, ਅਸੀਂ ਉਹਨੂੰ 93 ਘੰਟੇ ਯੂਜ਼ ਕਰ ਚੁੱਕੇ ਹਾਂ। 93 ਘੰਟਿਆਂ ਵਿੱਚ ਸਿਰਫ ਇੱਕ ਸੇਮ ਨਿਕਲੀ ਉਹਦੀ ਛੋਟੀ ਜੀ। ਅੱਛਾ ਉਹ ਵੀ ਇੱਧਰ ਅਗਰ ਦਿਖਾ ਸਕਦੇ ਹੋ ਨਾ ਇਸ ਜਗ੍ਹਾ ਤੋਂ। ਸਹੀ। ਅਸੀਂ ਆ ਸਿਰਫ 19 ਦੀ ਚਾਬੀ ਨਾਲ ਇਹ ਨਾੜ ਕੱਸੇ ਨੇ, ਕੁਝ ਵੀ ਨਹੀਂ ਕੀਤਾ। ਅੱਛਾ ਆਮਰ ਭਾਈ ਮੈਂ ਵੀ ਤੁਹਾਨੂੰ ਦੱਸਦਾ ਚੱਲਾਂ, ਮੈਂ ਵੀ ਕੰਪਨੀ ਕੋਲ ਪੁੱਛਾ, ਸਹੀ। ਉਹ ਕਹਿੰਦੇ ਨੇ ਵੀ ਸਾਡੇ ਨਾ ਜ਼ਿਮੀਦਾਰਾਂ ਨੂੰ, ਕਿਉਂਕਿ ਪਹਿਲੇ ਨਹੀਂ ਪਤਾ ਸੀ, ਮੈਨੂੰ ਵੀ ਨਹੀਂ ਸੀ ਪਤਾ, ਸਾਡੇ ਜ਼ਿਮੀਦਾਰਾਂ ਨੂੰ ਪਤਾ ਨਹੀਂ ਆ ਵੀ ਇਹ ਕਿਸ ਵਾਸਤੇ ਚੀਜ਼ ਅਸੀਂ ਦਿੱਤੀ ਹੈ। ਜੀ ਬਿਲਕੁਲ। ਜੇ ਇਹਨੂੰ ਜ਼ਿਆਦਾ ਹਾਲਾਤ ਜਲਾ ਦਈਏ ਨਾ ਤੇ ਇਹ ਪ੍ਰੈਸ਼ਰ ਹੋ ਜਾਂਦਾ ਸੀ ਬੰਦ, ਉਹ ਫਿਰ ਇਥੋਂ ਲੀਕਰ ਹੋ ਜਾਂਦੀ ਸੀ। ਬਿਲਕੁਲ ਸ਼ਾਇਦ ਐਵੇਂ ਹੋਇਆ ਹੋਵੇ, ਲੇਕਿਨ ਉਹ ਸਾਨੂੰ ਨਹੀਂ ਸੀ ਪਤਾ। ਅਸੀਂ ਹੱਲ ਪਾਏ ਨਾ, ਅਸੀਂ ਸਾਰੇ ਲੀਵਰ ਉੱਪਰ ਚੁੱਕ ਦਿੱਤੇ, ਕਿਹੜੀ ਵਜ੍ਹਾ ਤੋਂ ਸ਼ਾਇਦ ਹੋਇਆ ਹੈ। ਠੀਕ ਹੋ ਗਿਆ। ਤੇ ਬਸ ਇਹ ਲੀਕ ਹੋਈ ਸਿਰਫ ਇੱਥੋਂ ਇਸ ਜਗ੍ਹਾ ਤੋਂ ਸੇਮ ਆਈ ਹੈ ਔਰ ਸੇਮ ਹੋਈ ਬਿਲਕੁਲ ਇੱਥੇ ਥੋੜੀ ਜਿਹੀ ਸੇਮ ਆਈ ਸੀ, ਲੀਕ ਵੀ ਨਹੀਂ ਹੋਇਆ। ਕੋਈ ਕਿਸੇ ਸਾਈਡ ਤੋਂ ਨਹੀਂ, ਕੋਈ ਕਿਸੇ ਕਿਸਮ ਦਾ ਮਸਲਾ ਨਹੀਂ ਸਾਡਾ ਪੇਸ਼ ਤੁਹਾਡਾ ਕੋਲੋਂ ਫਿਲਟਰ ਚੌਕ ਹੋਇਆ ਹੋਵੇ ਜਾਂ ਇਹ ਉਹ ਇਸ ਤਰ੍ਹਾਂ ਦਾ ਨਾ ਜੀ, ਕੋਈ ਮਸਲਾ ਨਹੀਂ। ਅਸੀਂ 20 ਘੰਟੇ ਤੋਂ ਦਾ A to Z ਆਇਲ ਚੇਂਜ ਕਰਤਾ ਸੀ। ਇਹਦੇ ਆਜੋ ਜ਼ਰਾ ਜੀ। ਆਪਣੇ ਕੋਲੋਂ ਨਵੇਂ ਲਿਫਟੋਮੈਟਿਕ ਵਾਲਾ ਖੜਾ ਹੈ ਤੇ ਪੁਰਾਣੇ ਵਾਲਾ ਵੀ ਖੜਾ ਹੈ ਤੇ ਇਹ ਜਿਹੜਾ
ਇਹ ਲਿਫਟੋਮੈਟਿਕ ਦਾ ਜਿਹੜਾ ਇਹਨਾਂ ਇਹ ਫਿਲਟਰ ਲਾਇਆ ਇਹ ਤੁਹਾਡੀ ਨਜ਼ਰ ਵਿੱਚ ਕੀ ਹੈ? ਇਹਨਾਂ ਚੰਗਾ ਕੀਤਾ ਮਾੜਾ ਕੀਤਾ ਕੀ ਕਹਿੰਦੇ? बहुत ही अच्छा किया है। कितना भी अपना कचरा पिछू होएगा सारा इंदे च आके जमा हो जाएगा। सही हो गया। अपना आयल साफ रहेगा। ਇਹ ਤੁਸੀਂ ਇਹ ਕਿੰਨੀ ਦੇਰ ਬਾਅਦ ਬਦਲ ਰਹੇ ਹੋ ਜਾਂ ਕੰਪਨੀ ਕਹਿੰਦੀ ਵੀ ਕਿੰਨੀ ਦੇਰ ਬਾਅਦ ਬਦਲਣਾ? कंपनी 500 घंटे बाद कह रही है और इंशाल्लाह ਅਸੀਂ 400 ਤੇ ਇਹਨੂੰ ਚੇਂਜ ਕਰਾਂਗੇ। ਠੀਕ ਹੋ ਗਿਆ। 400 ਤੇ ਚੇਂਜ ਕਰਾਂਗੇ ਉਹ ਕਈ ਲੋਕ ਤਾਂ ਕਰਲਾਈ ਜਾਂਦੇ ਨੇ ਵੀ ਸਾਥ ਹੋਏ ਹੋਣਾ ਹੀ ਨਹੀਂ। ਵੇਖੋ ਜੀ ਇਹ ਹਰ ਕਿਸੇ ਦਾ ਆਪੋ ਆਪਣਾ ਓਪੀਨੀਅਨ ਹੈ। ਮੈਂ ਤਕਰੀਬਨ 2005 ਚ ਟਰੈਕਟਰ ਚਲਾਉਣ ਲੱਗਾ ਸੀ। ਇਹ ਦੇਖੋ ਜੀ ਹਾਈਡ੍ਰੋਲਿਕ ਅਸੀਂ ਤਾਂ ਇਸ ਤੋਂ ਪਹਿਲੇ ਨਹੀਂ, ਬਹੁਤ ਪਿਆਰਾ ਹੁੰਦਾ ਹਾਈਡ੍ਰੋਲਿਕ ਉਸਨੇ ਉਹਨਾਂ ਨੇ ਲਗਾਇਆ ਹੈ ਟਾਪਾ। ਹੁਣ ਦੇਖੋ ਆਉਣ ਵਾਲਾ ਇਹ ਕੀ ਕਰਦਾ ਹੈ, ਕਿਹੜਾ ਬੜਾ ਆਇਆ ਹੈ। ਅੱਛਾ ਹਾਂਜੀ। ਨਹੀਂ ਇਹ ਹੁਣ ਤੁਸੀਂ ਦੇਖਿਆ ਇੱਧਰ ਆਓ ਜ਼ਰਾ ਇੱਕ ਰੀ ਨਜ਼ਰ ਪਾਓ ਵੀ ਇਹਦੇ ਵਿੱਚ ਇਹ ਹੁਣ ਜਿਹੜਾ ਨਾ ਲੀਵਰ ਉਹਨਾਂ ਦੋ ਦੇ ਦਿੱਤੇ ਨੇ ਉਹਦੇ ਵਿੱਚ ਹੈ ਕਿ ਹੈਗਾ ਸੀ ਇਹ ਸਪੀਡ ਐਡਜਸਟ ਕਰਨ ਦਾ ਹੈ। ਠੀਕ ਹੈ ਨਾ, ਲੈਂਕਾਂ ਦੀ ਸਪੀਡ ਥੱਲੇ ਉੱਤੇ ਲਿਜਾਣ ਵਾਸਤੇ, ਇਹ ਸੈਂਸਿਟੀਵਿਟੀ ਹੱਲਾਂ ਦੀ ਕੰਟਰੋਲ ਕਰਨ ਵਾਸਤੇ। ਸਹੀ ਠੀਕ ਹੋ ਗਿਆ। ਇਹਨੂੰ ਜਿਵੇਂ ਤੁਸੀਂ ਐਂ ਕਰਦੇ ਜਾਸੋ ਇਹ ਅੱਗੇ ਘੁੰਮਦਾ ਜਾਂਦਾ ਹੈ। ਇਹ ਤੇ ਫੁੱਲ ਕਸਾ ਗਿਆ, ਇਹ ਹੋ ਗਿਆ ਲਾਕ ਹੋ ਗਿਆ। ਹੁਣ ਇਹ ਉਤਾ ਚੁੱਕ ਦਿੱਤਾ ਤੇ ਲਾਕ ਲਾਏ ਤੇ ਸਾਰੀ ਉਮਰ ਲੈਂਕਾ ਥੱਲੇ ਨਹੀਂ ਸੱਟੇਗਾ। ਚਾਹ ਤੁਸੀਂ ਟਰੈਕਟਰ ਬੰਦ ਕਰ ਦਿੱਤਾ ਹੈ, ਇਹਨੂੰ ਤੁਸੀਂ ਖੋਲੋਗੇ ਤੇ ਹਾਈਡ੍ਰੋਲਿਕ ਥੱਲੇ ਸੱਟਣਾ ਸ਼ੁਰੂ ਕਰ ਦੇਵੇਗਾ ਔਰ ਹਾਈਡ੍ਰੋਲਿਕ ਵਰਕ ਕਰਨਾ ਵੀ ਸ਼ੁਰੂ ਕਰ ਦੇਵੇਗਾ। ਸਹੀ ਇਹ ਤੇਲ ਦੀ ਸਪਲਾਈ ਰੋਕ ਦਿੰਦਾ, ਸਪਲਾਈ ਰੋਕ ਠੀਕ ਹੋ ਗਿਆ। ਜਿਸ ਤਰੀਕੇ ਨੂੰ ਸਾਹਮਣੇ ਆ ਇਹਨੂੰ ਇਧਰ ਲਾ ਦਿੱਤਾ ਹੈ। ਹਾਂਜੀ ਤੇ ਇਹ ਇੱਕ ਤਾਂ ਹੁਣ ਉਹ ਲੀਕ ਵਾਲੀ ਇਹਦੀ ਜਾਨ ਛੁੱਟ ਗਈ। ਸਹੀ ਪਿਸਟਨ ਇਹਦੇ ਵਿੱਚ ਇਹਨਾਂ ਵੱਡਾ ਕਰ ਦਿੱਤਾ ਹੈ। ਕੰਪਨੀ ਕਹਿੰਦੀ ਪਿਸਟਨ ਵੱਡਾ ਕਰ ਦਿੱਤਾ ਸੀ, ਬਾਡੀ ਇਹ ਸਟੀਲ ਦੀ ਕਰ ਦਿੱਤੀ ਹੈ, ਆਇਰਨ ਸਟੀਲ ਦੀ। ਯਾਨੀ ਕਿ ਉਹਦੇ ਨਾਲੋਂ ਵੀ ਹਾਈਡ੍ਰੋਲਿਕ ਇਹਦਾ ਤਗੜਾ ਹੋ ਗਿਆ। ਔਰ ਹੁਣ ਇਹ ਜਿਹੜੇ ਬਟਨ ਨੇ ਲਾ ਕੇ ਇਹ ਨਾ ਦੋ ਕਰ ਦਿੱਤੇ ਨੇ। ਹਾਂਜੀ ਇਹਦੇ ਨਾਲ ਤੁਸੀਂ ਥੱਲੇ ਸੱਟਣਾ ਹੈ ਤੇ ਇਹਦੇ ਨਾਲ ਇਹ ਉਤਾ ਚੁੱਕ ਲੈਣਾ ਤਾਂ ਚੁੱਕਣਾ ਹੈ। ਠੀਕ ਹੋ ਗਿਆ। ਇਹ ਵੀ ਆਸਾਨੀ ਹੋ ਗਈ। ਬਾਕੀ ਆ ਲੀਵਰ ਜਿਹੜੇ ਨੇ ਅੱਗੇ ਨਾਲੋਂ ਤਗੜੇ ਮਜ਼ਬੂਤ ਕਰ ਦਿੱਤੇ ਨੇ। ਇਹਦੇ ਚ ਹਾਈਡ੍ਰੋਲਿਕ ਇਹਦਾ ਸਭ ਤੋਂ ਜ਼ਿਆਦਾ ਪਸੰਦ ਸਾਨੂੰ ਇਸ ਪਰ ਹੋਇਆ ਕਿ ਆਪਾਂ ਜਦੋਂ ਵੀ ਨੁੱਕਰ ਲੈਂਦੇ ਆ ਜੋ ਕੋਈ ਵੀ ਟਰੈਕਟਰ ਹੈ ਉਹਨੂੰ ਪੋਲਾ ਕਰਕੇ ਹੀ ਟੋਰਨਾ ਪੈਂਦਾ ਹੈ। ਬਾਹਰ ਟਰੈਕਟਰ ਜਿਹੜਾ ਵੈਸੇ ਹੀ ਟੁਰ ਪੈਂਦਾ ਇਹਨੂੰ ਪਰਵਾਹੀ ਕੋਈ ਨਹੀਂ। ਹਾਂਜੀ ਕਿੰਨਾ ਮੱਥਾ ਵਗਿਆ ਹੋਏਗਾ ਉਨੀ ਹੀ ਵਿੱਚ ਵਗੀ ਹੋਏਗੀ। ਕਿਉਂਕਿ ਇਹਨੇ ਲੈਵਲ ਆਦਤ ਰਹਿਣਾ ਨਾ, ਜਿੱਥੇ ਸਾਰੀ ਜ਼ਮੀਨ ਕਿੱਲਾ ਵੀ ਆ ਪਲਾਟ ਵੇ ਇਹਨੇ ਉੱਥੇ ਹੀ ਬਹਿਣਾ ਹੈ, ਉੱਥੇ ਹੀ ਵਗਣਾ ਹੈ। ਇਹਨੇ ਇਹ ਤਾਂ ਹੋਣਾ ਕੋਣੀ ਵੀ ਉਹ ਜ਼ਿਆਦਾ ਬਹਿ ਗਿਆ ਉਹਨੂੰ ਤਾਂ ਚੱਕੋ। ਹਾਂਜੀ ਬਾਕੀ ਡੀਜ਼ਲ ਦੀ ਐਵਰੇਜ ਵੇਖੀ ਜਾਏ ਤੇ 385 ਨਾਲੋਂ ਕਾਫੀ ਬਿਹਤਰ ਹੈ। ਸਹੀ ਹੋ ਗਿਆ। ਐਵਰੇਜ ਇਹਦੀ ਬਹੁਤ ਪਿਆਰੀ ਹੈ। ਕੋਈ ਵੀ ਕੰਮ ਕਰੋ ਤਕਰੀਬਨ 30-35% ਡੀਜ਼ਲ ਇਹ ਬਚਤ ਦਿੰਦਾ ਪਿਆ ਆਪਾਂ ਨੂੰ। ਠੀਕ ਹੋ ਗਿਆ, ਜ਼ਬਰਦਸਤ ਹੈ। ਬਾਕੀ ਇਹ ਗੇਅਰਾਂ ਦੇ ਵਿੱਚ ਇਹਨਾਂ ਤਬਦੀਲੀ ਕੀਤੀ, ਹਿੱਸੇ ਦੇ ਵਿੱਚ ਵੀ ਕਾਰ ਤਰ੍ਹਾਂ ਗੇਅਰ ਰੱਖੇ ਲੱਗਦੇ ਨੇ। ਇਹ ਗੱਲ ਐਵੇਂ ਹੀ ਹੈ। ਹਾਂ ਗੇਅਰ ਬਹੁਤ ਅੱਛੇ ਲੱਗਦੇ ਨੇ ਮਾਸ਼ਾਅੱਲਾ। ਆਵਾਜ਼ ਬੂਜ਼ ਤਾਂ ਨਹੀਂ ਦਿੰਦੇ? ਕੋਈ ਆਵਾਜ਼ ਨਹੀਂ ਆਉਂਦੀ। ਅੱਛੇ ਸਿਰਫ ਖਾਮੀਆਂ 2-3 ਹੈ ਨੇ ਕਿਹੜੀਆਂ ਸਾਨੂੰ ਨਜ਼ਰ ਆਈਆਂ ਨੇ। ਸਹੀ ਉਹਦੇ ਚ ਤੁਹਾਨੂੰ ਕੁਝ ਦੱਸਨੇ ਅਸੀਂ। ਇੱਕ ਤਾਂ ਇਹਦਾ ਫਿਊਲ ਟੈਂਕ ਬਿਲਕੁਲ ਛੋਟਾ ਹੈ। ਐਡਾ ਵੱਡਾ ਟਰੈਕਟਰ ਹੋ ਕੇ ਉਹ 62 ਲੀਟਰ ਡੀਜ਼ਲ ਉਹਦੇ ਚ ਆਉਂਦਾ ਹੈ। ਇੱਕ ਇਹਦੀ ਹੈਂਡ ਬ੍ਰੇਕ ਬੜੀ ਗਲਤ ਥਾਂ ਤੇ ਆ, ਉਹ ਜਦੋਂ ਵੀ ਲੁਕੋਣ ਲਈ ਬੰਦੇ ਬੜਾ ਜ਼ੋਰ ਲੱਗਦਾ ਹੁੰਦਾ। ਬਾਕੀ ਮੈਨੂੰ ਤਾਂ ਕੋਈ ਇਹਦੇ ਚ ਕੋਈ ਕਮੀ ਨਹੀਂ ਨਜ਼ਰ ਆ ਰਹੀ। ਅੱਛਾ ਹੁਣੇ ਉਹ ਡੀਜ਼ਲ ਟੈਂਕ ਦੀ ਗੱਲ ਕਾਫੀ ਦੋਸਤ ਕਰਦੇ ਨੇ। ਮੈਂ ਵੀ ਹੁਣ ਦੱਸਦਾ ਚੱਲਾਂ ਵੀ ਇੱਕ ਟਰੈਕਟਰ 50 ਕਿੱਲੇ ਵਾਹਦਾ ਹੈ, 100 ਲੀਟਰ ਨਾਲ 50 ਕਿੱਲੇ ਵਾਹਦਾ ਹੈ। 50 ਕਿੱਲੇ ਵਾਹਦਾ ਹੈ। ਇੱਕ ਟਰੈਕਟਰ 65 ਲੀਟਰ ਨਾਲ 50 ਕਿੱਲੇ ਵਾਹਦਾ ਹੈ। ਇਹ ਤਾਂ ਜੀ ਬਿਲਕੁਲ ਇਹ ਗੱਲ ਹੈ। ਕਿਉਂਕਿ ਅਸੀਂ ਰੂਟਰ ਤੇ ਦੀ ਐਵਰੇਜ ਦੇਖੀ ਹੈ 12 ਏਕੜ ਰੂਟਰ ਮਾਰਦਾ ਹੈ ਟੈਂਕੀ ਨਾਲ। 78 ਵਾਲਾ ਰੂਟਰ ਕਿਹੜਾ 85 ਗੇੜਦਾ ਹੀ ਨਹੀਂ। ਉਹ ਗੇੜੇਗਾ ਤੇ ਪੋਲਾ ਲਾਏਗਾ ਬਿਲਕੁਲ। ਔਰ 10 ਕਿੱਲਿਆਂ ਤੇ ਟੈਂਕੀ ਉਹਦੀ ਮੁੱਕ ਜਾਂਦੀ ਹੈ। ਮੈਂ ਤਾਂ ਵੇਖਿਆ ਬੰਦੇ ਜਨਾਬ ਵੱਡੇ ਰੂਟਾ ਵਾਟਰ ਪਾਈ ਫਿਰਦੇ ਨੇ 85 ਤੇ ਮਗਰ ਆਉਂਦੇ ਨੇ, ਕੋਈ ਟੈਨਸ਼ਨ ਹੀ ਨਹੀਂ। ਸਾਡਾ ਤਾਂ ਭਾਈ ਰੂਟਰ ਨਾ 2 ਸਾਲ ਪਹਿਲੇ ਬਣਵਾਇਆ ਸੀ ਤੇ ਵੇਲਾ ਹੀ ਪਿਆ ਰਿਹਾ ਇਸ ਤੋਂ ਪਹਿਲੇ। ਹੁਣ ਉਹਨੂੰ ਵੱਢ ਕੇ ਛੋਟਾ ਕਰਨ ਦਾ ਸੋਚਦੇ ਪੈਸਾ ਤੇ ਅੱਗੋਂ ਇਹ ਆ ਗਿਆ। ਕਿੰਨੇ ਕਟਰ ਹੈ? 78 ਕਟਰ ਹੈ। ਆਲ ਮਦੀਨਾ 850 ਹੀ ਚਲਾਇਆ ਹੈ। ਅੱਛਾ ਕੀ ਬਾਤ ਹੈ। ਚਲੋ ਆਮਰ ਭਾਈ ਬਹੁਤ ਸ਼ੁਕਰੀਆ ਤੁਹਾਡਾ ਕਿ ਤੁਸੀਂ ਆਪਣੀ ਜਿਹੜੀ ਓਪੀਨੀਅਨ ਹੈ ਔਰ ਕਿਹੜੀ ਕੋਈ ਛੋਟੀ ਮੋਟੀ ਤਬਦੀਲੀ ਹੋਣੀ ਚਾਹੀਦੀ ਹੈ ਜਾਂ ਕਿਸ ਤਰ੍ਹਾਂ ਦਾ ਟਰੈਕਟਰ ਹੈ ਸਾਨੂੰ ਦੱਸਿਆ, ਸਾਡੇ ਵਿਊਵਰ ਨੂੰ ਦੱਸਿਆ। ਇਹ ਗੱਲ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਇਸਤੇਮਾਲ ਜਿਹੜੇ ਲੋਕ ਕਰ ਰਹੇ ਨੇ ਉਹ ਅਸਲ ਰਿਵਿਊ ਦਿਓ ਤਾਂ ਕਿ ਲੋਕਾਂ ਨੂੰ ਪਤਾ ਚੱਲੇ ਕਿ ਟਰੈਕਟਰ ਕਿਵੇਂ ਦਾ ਹੈ, ਖਰੀਦਣਾ ਚਾਹੀਦਾ ਨਹੀਂ ਖਰੀਦਣਾ ਚਾਹੀਦਾ। ਇਹ ਨਵੀਆਂ ਚੀਜ਼ਾਂ ਆਪਾਂ ਇਸਤੇਮਾਲ ਕਰਸੇ ਨਾ ਫਿਰ ਇਹਨਾਂ ਦਾ ਪਤਾ ਚੱਲੇਗਾ ਜੀ। ਤਾਂ ਹੀ ਪਤਾ ਵੀ ਚੱਲੇਗਾ, ਤਾਂ ਵੀ ਕੰਪਨੀ ਵੀ ਮਜ਼ੀਦ ਇੰਪਰੂਵਮੈਂਟ ਕਰੇਗੀ ਜੀ। ਜੇ ਆਪਾਂ ਇੱਥੇ ਹੀ ਰੁਕੇ ਰਹੇ ਨਾ ਤੇ ਇੱਥੇ ਹੀ ਰਹਿ ਪਹਿਲੇ ਵਾਲਾ ਚੰਗਾ ਹਾ, ਪਹਿਲੇ ਵਾਲਾ ਚੰਗਾ ਤਾਂ ਪਹਿਲਾਂ ਹੀ ਰਹਿ ਜਾਣਾ ਜੀ। ਫਕੀਰ ਬਣ ਕੇ ਰਹਿਣਾ ਹੈ ਤੇ ਆਪਾਂ ਇੱਥੇ ਹੀ ਰਹਿਣਾ ਤੇ ਉਹ ਕਿਵੇਂ ਕਹਿੰਦੇ ਨੇ, ਉਹ ਸਾਡਾ ਇੱਕ ਚੜ੍ਹਦੇ ਪੰਜਾਬ ਤੋਂ ਭਾਈ ਹੈਗਾ, ਉਹ ਕਹਿੰਦੇ ਨੇ ਆਸਫ ਭਾਈ ਤੁਸੀਂ ਇਹਨਾਂ ਚੀਜ਼ਾਂ ਨਾ ਅਪਣਾਇਆ ਤੇ ਤੁਸੀਂ ਪੁਰਾਣੇ ਲੋਹੇ ਨਾਲ ਹੀ ਮੱਥਾ ਮਾਰਦੇ ਰਹੋ। ਪੁਰਾਣੇ ਨਾਲ ਉਹੀ ਟੈਕਨੋਲੋਜੀ 1987 ਵਿੱਚ ਆਇਆ ਸੀ 75 ਗਾਲਬਨ ਪਹਿਲਾ ਮਾਡਲ। ਅੱਜ ਵੀ ਉਹੀ ਸੇਮ, ਕੁਝ ਵੀ ਨਹੀਂ ਚੇਂਜਿੰਗ। ਅਗਰ ਫੀਟ ਨੂੰ ਵੇਖੀ ਜਾਓ ਤਾਂ ਉਹੀ
ਫੀਟ ਦੀ ਇਹੀ ਚੀਜ਼ ਇੱਕ ਨਹੀਂ ਸੀ ਪਸੰਦ ਹਾਈਡ੍ਰੋਲਿਕ, ਉਹ ਆ ਕਿਹੜਾ ਲਾਇਆ ਗਿਆ ਇਹਨਾਂ ਨੇ ਬਹੁਤ ਜ਼ਬਰਦਸਤ ਮਾਸ਼ਾਅੱਲਾ। ਮੈਂ ਤਾਂ ਕਹਿੰਦਾ ਬਾਕੀ ਦੇ ਛੋਟੇ ਟਰੈਕਟਰਾਂ ਵਿੱਚ ਵੀ ਇਹਨਾਂ ਨੂੰ ਇਹ ਟ੍ਰਾਂਸਫਰ ਕਰ ਦੇਣਾ ਚਾਹੀਦਾ, ਟ੍ਰਾਂਸਫਰ ਕਰਨਾ ਚਾਹੀਦਾ ਬਿਲਕੁਲ। ਤੇ ਇਹਨਾਂ ਦੀ ਮਜ਼ੀਦ ਮਾਰਕੀਟ ਵਧੇਗੀ। ਸਰ ਵੇਖੋ ਨਾ 1996 ਤੋਂ ਲੈ ਕੇ ਅੱਜ ਤੱਕ ਅਗਰ ਲਿਫਟੋਮੈਟਿਕ 55 56 ਦਾ ਇਹ ਖਰਾਬ ਨਹੀਂ ਹੋਇਆ ਤੇ ਆਪਣੇ ਕੋਲ ਕਿਤੇ ਖਰਾਬ ਹੋਣ ਲੱਗਾ। ਸਹੀ ਗੱਲ ਹੈ, ਬਿਲਕੁਲ। ਅਗਰ ਇਹ 25 ਦਾ ਖਰਾਬ ਹੁੰਦਾ ਪਿਆ ਫਿਰ ਰੱਬੋ ਆਈ। ਹਾਂਜੀ ਆ ਬਿਲਕੁਲ, ਫਿਲਟਰ ਹੈ ਕਿੰਨਾ ਕੁ ਮਹਿੰਗਾ, ਕਿਤੇ ਆਪਾਂ ਇੰਨਾ ਕੰਮ ਕਰ ਲੈਨੇ 3500 ਦੇ ਕੇ ਵੀ ਲੱਗ ਜਾਏਗਾ। ਸਹੀ ਗੱਲ ਹੈ। ਅਗਰ ਇੱਕ ਟੈਂਕੀ ਪਿੱਛੇ ਹੀ ਡੀਜ਼ਲ ਪਿੱਛੇ ਆਪਾਂ ਨੂੰ 3500 ਬਚਾ ਕੇ ਦੇ ਦੇਵੇ ਹਾਂਜੀ, ਤੇ ਇੱਕ ਟੈਂਕੀ ਇੱਧਰ ਲਾ ਲਵਾਂਗੇ। ਬਿਲਕੁਲ ਐਵੇਂ ਗੱਲ ਹੈ ਜੀ। ਨਹੀਂ ਤੁਸੀਂ ਗੱਲਾਂ ਬਿਲਕੁਲ ਠੀਕ ਕੀਤੀਆਂ ਨੇ ਹਾਂਜੀ। ਤੇ ਇਹ ਆਪਣੀ ਸਾਰੀ ਸਹੂਲਤ ਵਾਸਤੇ ਚੀਜ਼ਾਂ ਨੇ, ਤੇ ਅਗਰ ਸਹੂਲਤ ਲੈਣੀ ਤੇ ਮੁੜ ਆਪਾਂ ਉਹਦੀ ਰੱਖ ਵੀ ਕਰਨੀ ਪੈਣੀ। ਬਿਲਕੁਲ ਜੀ, ਇਹ ਤਾਂ ਹੈ, ਪਾਰਾ ਦੇਣਾ ਪੈਣਾ ਹੈ। ਪਾਰਾ ਦੇਣਾ ਤੇ ਪੈਣਾ। ਦੂਸਰੀ ਗੱਲ ਇਹ ਵੀ ਹੈ ਕਿ ਬਾਕੀ ਕੰਪਨੀਆਂ ਤੋਂ ਵੀ ਤਵੱਕੋ ਰੱਖਣੀ ਚਾਹੀਦੀ ਹੈ, ਤਵੱਕੋ ਨਹੀਂ ਛੱਡਣੀ ਚਾਹੀਦੀ। ਬਾਕੀ ਕੰਪਨੀਆਂ ਨੂੰ ਵੀ ਅਸੀਂ ਪੈਗਾਮ ਦਿੰਦੇ ਹਾਂ ਕਿ ਨਹੀਂ ਤੁਸੀਂ ਵੀ ਜਿੱਦਤ ਜਨਾਬ ਲੈ ਕੇ ਥੋੜ੍ਹਾ ਜਿਹਾ ਆਉਣਾ, ਅੱਗੇ ਵਧੋ। ਕੁਝ ਵਧਣ, ਕੁਝ ਚੇਂਜਿੰਗ ਕਰਨ, ਕੋਈ ਸਾਈਡ ਸ਼ਿਫਟਰ ਗੇਅਰ ਹੋਣ, ਹਾਂਜੀ। ਕੁਝ ਸਪੀਡਾਂ 3 ਮਿਲਣ ਆਪਾਂ ਨੂੰ। ਚਲੋ ਬੰਦਾ ਹੁਣ ਸੁਪਰ ਸੀਡਰ ਹੈ, ਉਹ ਵੈਸੇ ਵਜੂਦ ਤੋਂ ਟਰੈਕਟਰ ਦੇ ਜ਼ਿਆਦਾ ਹੁੰਦਾ ਜਾਂਦਾ ਹੈ। ਹੁਣ ਅਗਲੇ ਸਾਲ 850 ਪਿੱਛੇ ਪਾਵਾਂਗੇ, ਪਤਾ ਲੱਗੇਗਾ ਕੀ ਕਰਦਾ ਹੈ। ਜੀ ਜੀ ਇਨਸ਼ਾਅੱਲਾ। ਆਪਣੇ ਔਜ਼ਾਰ ਵੀ ਤਾਂ ਚੇਂਜ ਹੋ ਗਏ ਨੇ ਅੱਗੇ ਨਾਲੋਂ, ਫਾਰਮਿੰਗ ਵੀ ਚੇਂਜ ਹੋਈ ਪਈ ਹੈ, ਕੋਈ ਚੇਂਜਿੰਗ ਆਏ ਫੇਰ ਹੀ ਹੈ। ਬਿਲਕੁਲ ਇਹਦੇ ਵੀ ਚਾਹੀਦੇ ਸੀ ਉਹਨਾਂ ਨੂੰ ਸਗੋਂ ਕੋਈ ਗੇਅਰਾਂ ਦੀ ਸਪੀਡਾਂ 3 ਕਰ ਦੇ, 2 ਤੋਂ। ਇਨਸ਼ਾਅੱਲਾ ਇੱਥੇ ਆਪਾਂ ਰੁਕਣਾ ਨਹੀਂ। ਇਨਸ਼ਾਅੱਲਾ ਕੰਪਨੀ ਨੂੰ ਰਿਕੁਐਸਟ ਕਰਸੇ ਹਾਂ ਕਿ ਸਾਨੂੰ ਜਨਾਬ ਇਹਦੇ ਵਿੱਚ ਸਾਈਡ ਸ਼ਿਫਟਰ ਗੇਅਰ ਦਿਓ, ਸਾਨੂੰ ਮਜ਼ੀਦ ਹੋਰ ਚੀਜ਼ਾਂ ਮੰਗਾਂਗੇ, ਹੋਰ ਚੀਜ਼ਾਂ ਮੰਗ ਦੇਣਗੇ। ਕਰਾਂਗੇ, ਕੰਪਨੀਆਂ ਬਦਲਣਗੀਆਂ ਔਰ ਇਸਤੇਮਾਲ ਕਰਾਂਗੇ ਤਾਂ ਕੰਪਨੀਆਂ ਅੱਗੇ ਵਧਣਗੀਆਂ। ਬਾਕੀ ਇਹ ਕਿ 85 ਜਾਂ ਜੋ ਵੀ ਦੂਸਰੇ ਟਰੈਕਟਰ ਚੱਲ ਰਹੇ ਨਾ, ਇਹਦੇ ਹਾਈਡ੍ਰੋਲਿਕ ਦਾ ਆਇਲ ਦਾ ਬਹੁਤ ਜ਼ਿਆਦਾ ਖਿਆਲ ਕਰਨਾ ਪੈਗਾ। ਇਹਨੂੰ ਅੱਛਾ ਇਹ ਚਾਹੀਦਾ ਹੈ, ਮਾੜਾ ਨਹੀਂ ਚੱਲਦਾ। ਆਪਾਂ 300 ਰੁਪਏ ਲੀਟਰ ਲੈ ਕੇ ਪਾ ਦੇਣੇ ਚਲੀ ਜਾਏਗਾ, ਇਹਦੇ ਚ ਨਹੀਂ ਚੱਲਣਾ। ਇਹਦਾ ਫਿਲਟਰ ਬਹੁਤ ਸੈਂਸਿਟਿਵ ਬਿਹਤਰ ਹੈ। ਹੈ ਨਾ ਕੰਪਨੀ ਕੋਲ ਆਇਲ ਖਰੀਦੋ, ਕੰਪਨੀ ਤੋਂ ਹੀ ਲਿਆ ਜਾਵੇ, ਮਿਲੇਗਾ, ਚੰਗਾ ਵੀ ਮਿਲੇਗਾ, ਕਿਉਂਕਿ ਕੰਪਨੀ ਨੇ ਆਪਣਾ ਪਲਾਂਟ ਲਗਾਇਆ ਹੈ। ਉੱਥੇ ਆਇਲ ਇਹਨਾਂ ਦੇ ਮੁਤਾਬਕ ਤਿਆਰ ਕਰਦੇ ਨੇ, ਜਿਹੜਾ ਆਪਾਂ ਨੂੰ ਸਸਤਾ ਵੀ ਮਿਲਦਾ ਹੈ ਤੇ ਚੰਗਾ ਵੀ ਮਿਲਦਾ ਹੈ। ਤੇ ਮਿਲਦੇ ਹਾਂ ਇਨਸ਼ਾਅੱਲਾ ਦੋਸਤੋ ਅਗਲੀ ਵੀਡੀਓ ਨਾਲ। ਤੁਸੀਂ ਵੀ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਣਾ ਹੈ ਕਿ ਤੁਸੀਂ 850 ਦੇ ਬਾਰੇ ਕੀ ਜਾਣਦੇ ਹੋ, ਉਹ ਵੀ ਸਾਡੇ ਨਾਲ ਸ਼ੇਅਰ ਕਰਨਾ ਹੈ। ਰੱਬ ਰਾਖਾ।